Hello students, we were doing chapter number 6 from our book Vistas. The name of the chapter is On the Face of It and it is written by Suzanne Hill. So far in this chapter we have read that there are two main characters. The first one is Mr. Lamb and another one is Derry. Okay. So these are two main characters in this story. So both are physically impaired and they both met in the garden of Mr. Lamb. Okay, so far we have read the chapter to page number 58 and now we are on page number 59. Till now what we have read is just that they both met in the garden of Mr. Lamb and there they were discussing about their physical disabilities. Okay, and here we came to know that the Derry had a burnt face and it was not burnt in the fire actually, and as it was burnt with the acid. Okay, and one side of his face was already burned and he looks ugly, and according to Derry he had made a phobia in his mind that everyone think that he just look very terrible and everyone was afraid of him. ठीक है कि सारे मतलब ਉਹਨੂੰ ਦੇਖ ਕੇ ਡਰ ਜਾਂਦੇ ਨੇ ਐਂਡ ਹੀ ਥਿੰਕ ਦੈਟ ਹਿਜ਼ ਫੇਸ ਵਾਜ਼ ਦ ਮੋਸਟ ਟੈਰੀਬਲ ਥਿੰਗ ਇਨ ਦ ਵਰਲਡ. ਠੀਕ ਹੈ ਜੀ. ਦੈਨ ਲੈਮ ਨੇ ਕੀ ਕਿਹਾ? ਸੋ ਨਾਓ ਵੀ ਵਿਲ ਕੰਟੀਨਿਊ ਫਰਮ ਪੇਜ ਨੰਬਰ 59 ਨਾਓ. ਲੈਮ ਕਹਿੰਦਾ ਕਿ ਨੋ, aren't you interested? You are a boy who came into the garden. Plenty do. I'm interested in anybody, anything. There is nothing God made that doesn't interest me. Look over there, over beside for wall. What can you see? So here you can see that Lamb totally disagree with the idea. ठीक है. ਲਾਸਟ ਵਾਲਾ ਤੁਸੀਂ ਕਨਵਰਸੇਸ਼ਨ ਜਦੋਂ ਰੀਡ ਕਰੋਗੇ ਕੀ ਕਿਹਾ ਸੀਗਾ ਕਿ ਮਤਲਬ ਉਹ ਕੀ ਕਹਿੰਦਾ ਕਿ ਨੋਟ ਇਨ ਅ ਫਾਇਰ, ਕਿ ਫਾਇਰ ਦੇ ਨਾਲ ਨਹੀਂ, ਕਿਸੇ ਐਸਿਡ ਅਟੈਕ ਦੇ ਨਾਲ ਇੱਕ ਫੇਸ ਜਿਹੜਾ ਫੇਸ ਦੀ ਇੱਕ ਸਾਈਡ ਜਿਹੜੀ ਇਟ ਵਾਜ਼ ਆਲਰੇਡੀ ਬਰਨ. ਠੀਕ ਹੈ ਜੀ. ਐਂਡ ਨਾਲ ਹੀ ਉਹਨੇ ਕਿਹਾ ਇਟ ਏਟ ਮਾਈ ਫੇਸ ਅਪ ਐਂਡ ਇਟ ਏਟ ਮੀ ਅਪ ਐਂਡ ਨਾਓ ਇਟਸ ਲਾਈਕ ਦਿਸ ਐਂਡ ਆਈ ਵੋਂਟ ਬੀ ਐਂਡ ਇਟ ਵੋਂਟ ਬੀ ਐਨੀ ਡਿਫਰੈਂਟ. ਠੀਕ ਹੈ. ਉਹਨੇ ਕਹਿੰਦੇ ਕਿ ਕਦੇ ਵੀ ਮਤਲਬ ਇਹ ਚੇਂਜ ਨਹੀਂ ਹੋਏਗਾ. To which Mr. Lamb totally disagree with him at this point. Okay, and now then ਕੀ ਕਿਹਾ Derry ਨੇ? ਕੀ ਕਿਹਾ? aren't you interested? So Derry thought that he was not interested in his story. ਮਤਲਬ ਉਹ ਆਪਣੇ ਜੋ ਵੀ ਉਹਦੇ ਨਾਲ ਇੰਸੀਡੈਂਟ ਹੋਇਆ ਆ, ਠੀਕ ਹੈ, ਉਹ ਲੈਮ ਨੂੰ ਦੱਸਦਾ ਪਿਆ ਸੀਗਾ. ਟੂ ਵਿਚ ਲੈਮ ਨੇ ਕਿਹਾ ਕਿ ਨਹੀਂ, ਐਵੇਂ ਦਾ ਕੁਝ ਵੀ ਨਹੀਂ ਹੈ. ਠੀਕ ਹੈ. ਅਤੇ ਡੈਰੀ ਨੂੰ ਲੱਗਿਆ ਕਿ ਜਿਵੇਂ ਬਾਕੀ ਲੋਕ ਉਹਦੇ 'ਚ ਡਿਸਇੰਟਰਸਟਡ ਨੇ, ਠੀਕ ਹੈ, ਉਹਦੇ ਲਈ ਕੋਈ ਵੀ ਸਿੰਪੈਥੀ ਵਗੈਰਾ ਸ਼ੋ ਨਹੀਂ ਕਰਦੇ. ਸੋ ਉਸੇ ਤਰੀਕੇ ਨਾਲ ਲੈਮ ਜਿਹੜਾ ਆ ਉਹ ਵੀ ਮਤਲਬ ਉਹਦੀ ਸਟੋਰੀ 'ਚ ਇੰਟਰਸਟਡ ਨਹੀਂ ਹੈ. ਹੀ ਡੋਂਟ ਵਾਂਟ ਟੂ ਲਿਸਨ ਐਨੀਥਿੰਗ ਅਬਾਊਟ ਵਟ ਹੈਪਨਡ ਟੂ ਹਿਮ ਐਕਚੁਅਲੀ. ਓਕੇ, ਦੈਨ ਮਿਸਟਰ ਲੈਂਬ ਨੇ ਕੀ ਕਿਹਾ ਉਸ ਤੋਂ ਬਾਅਦ ਕਿ ਦੈਟ ਹੀ ਵਾਜ਼ ਇੰਟਰਸਟਡ ਇਨ ਈਚ ਐਂਡ ਐਵਰੀਥਿੰਗ which is created by God. means to say हर एक क्रिएशन जो God दी है, he was interested in each and everything. ठीक है. उन्होंने कहा you are a boy who came into the garden. ठीक है. कि उन्होंने कहता है कि जस्ट ਸੌਰੀ ਇੱਕ ਉਹੀ ਲੜਕਾ ਸੀਗਾ, ਠੀਕ ਹੈ, ਜਿਹੜਾ ਉਹਦੇ ਗਾਰਡਨ ਦੇ ਵਿੱਚ ਐਂਟਰੀ ਕੀਤਾ ਸੀਗਾ. ਪਲੈਂਟੀ ਡੂ ਮਤਲਬ ਕਿ ਕਾਫੀ ਚੀਜ਼ਾਂ ਨੇ ਜਿਨ੍ਹਾਂ 'ਚ ਮੈਨੂੰ ਇੰਟਰਸਟ ਹੈ. ਠੀਕ ਹੈ. ਕਿਹੜੀਆਂ ਚੀਜ਼ਾਂ ਨੇ? ਆਈ ਐਮ ਇੰਟਰਸਟਡ ਇਨ ਐਨੀਬਡੀ, ਐਨੀਥਿੰਗ, ਹਰੇਕ ਚੀਜ਼ ਦੇ ਵਿੱਚ, ਹਰੇਕ ਇਨਸਾਨ ਦੇ ਵਿੱਚ ਮੈਨੂੰ ਇੰਟਰਸਟ ਆ. ਠੀਕ ਹੈ. ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ ਦੁਨੀਆ ਦੀ ਜਿਹੜੀ ਪਰਮਾਤਮਾ ਦੁਆਰਾ ਬਣਾਈ ਗਈ ਹੋਵੇ ਅਤੇ ਉਹਦੇ 'ਚ ਮੈਨੂੰ ਇੰਟਰਸਟ ਨਾ ਹੋਵੇ. ਲੁੱਕ ਓਵਰ ਦੇਅਰ, ਓਵਰ ਬਿਸਾਈਡਸ ਦਾ ਵਾਲ, ਫਾਰ ਵਾਲ, ਵਟ ਕੈਨ ਯੂ ਸੀ? ਹੁਣ ਨਾਲ ਦੀ ਨਾਲ ਉਹਨੇ ਪੁਆਇੰਟ ਆਊਟ ਕੀਤਾ ਆ ਵਾਲ ਦੇ ਵੱਲ, ਦੀਵਾਰ ਦੇ ਵੱਲ ਇਸ਼ਾਰਾ ਕੀਤਾ ਆ. ਐਂਡ ਆਸਕ ਹਿਮ ਵਟ ਡਿਡ ਹੀ ਸੀ ਬਿਯੋਂਡ ਇਟ. ਉਹ ਕਹਿੰਦਾ ਕਿ ਤੈਨੂੰ ਦੀਵਾਰ ਦੇ ਮਤਲਬ ਉਸ ਪਾਰ ਕੀ ਨਜ਼ਰ ਆਉਂਦਾ ਹੈ, ਕਿ ਦੂਰ ਤੱਕ ਦੇਖਦੇ ਹੋਏ ਉਹ ਉਹਨੂੰ ਮਤਲਬ ਕੁਐਸ਼ਨਿੰਗ ਕਰਦਾ ਹੈ, ਪੁਆਇੰਟ ਆਊਟ ਕਰਦਾ ਹੈ ਕਿ ਵਟ ਯੂ ਕੈਨ ਸੀ ਬਿਯੋਂਡ ਦਾ ਵਾਲ. ਠੀਕ ਹੈ ਜੀ. ਟੂ ਵਿਚ ਹੁਣ ਡੈਰੀ ਨੇ ਕੀ ਕਿਹਾ ਕਿ ਰਬਿਸ਼. ਠੀਕ ਹੈ. ਹੁਣ ਕੀ ਹੈ ਕਿ ਕੁਝ ਖਾਸ ਚੀਜ਼ ਨਹੀਂ ਉਹਨੇ ਕਹੀ, ਦੈਟ ਆਲ ਵਾਜ਼ ਰਬਿਸ਼. ਦੈਨ ਮਿਸਟਰ ਲੈਂਬ ਸੈਡ ਰਬਿਸ਼, ਲੁੱਕ ਬੋਏ ਲੁੱਕ, ਵਟ ਡੂ ਯੂ ਸੀ? ਦੈਨ ਫਿਰ ਤੋਂ ਥੋੜ੍ਹਾ ਉਹਨੂੰ ਕਹਿ ਸਕਦੇ ਹੋ ਕਿ ਪੁਆਇੰਟ ਆਊਟ ਕਰਕੇ ਕਹਿੰਦੇ ਨੇ ਕਿ ਯੂ ਹੈਵ ਟੂ ਸੀ ਵਟ ਯੂ ਹੈਵ ਟੂ ਪੁਆਇੰਟ ਆਊਟ ਵਟ ਯੂ ਕੈਨ ਸੀ ਬਿਯੋਂਡ ਦ ਵਾਲ. ਦੈਨ ਡੈਰੀ ਸੈਡ ਜਸਟ ਗ੍ਰਾਸ ਐਂਡ ਸਟਫ ਵੀਡਸ. So here Derry replied that there were weeds or unwanted plants. ठीक है. ਜਿਹੜੇ weeds ਨੇ these are called unwanted plants. ठीक है जी. ਜਿਹੜੇ ਮਤਲਬ unintentionally grow ਕਰਦੇ ਨੇ. ਠੀਕ ਹੈ ਜੀ. and they all are small in size. ठीक है.
So डैडी ने की किया कि he can just see the weeds over there and grass. Okay, then Mr. Lamb said, some call them weeds. If you like them, a weed garden, that. So there's fruit and there are flowers and trees and herbs, all sorts, but over there weeds. I grow weeds there, which is one green growing plant called a weed and another flower. Where's the difference? It's all life. It's growing, some as you and me. So beta ਇਹ ਜਿਹੜਾ ਪਾਰਟ ਆ ਥੋੜਾ ਇੰਪੋਰਟੈਂਟ, ਇਹਨੂੰ ਧਿਆਨ ਨਾਲ ਦੇਖਿਓ। ਹੁਣ ਇਹਦੇ 'ਚ ਕੀ ਉਹਨੇ ਐਕਸਪਲੇਨ ਕੀਤਾ ਆ ਕਿ ਮਤਲਬ ਉਹਦਾ ਵਿਊ ਪੁਆਇੰਟ ਕੀ ਸੀਗਾ, ਕਿ ਹਰੇਕ ਚੀਜ਼ ਨੂੰ ਕਿਉਂ ਪਸੰਦ ਕਰਦਾ ਸੀਗਾ, ਕਿਉਂ ਕਹਿੰਦਾ ਸੀਗਾ ਅੱਗੇ everything which is created by God is always interesting, and he was interested in each and everything which was created by God। ਉਸ ਚੀਜ਼ ਦਾ ਕੀ ਰੀਜ਼ਨ ਆ, ਦੈਨ ਉਹਨੇ ਦੱਸਿਆ ਆ that there were number of plants in the garden। ठीक है, काफ़ी सारियां चीज़ां, काफ़ी सारे plants ने जेड़े उस garden ਦੇ ਵਿੱਚ मौजूद ने। ठीक है जी, then उन्हें की क्या है कि there were flowers, there were trees and there were herbs also। ठीक है जी, and some plants were also considered good and some were called unwanted plants। ठीक है, ਹੁਣ काफ़ी सारे name is to say ਉਹਦੇ 'ਚ flowers ਨੇ। ठीक है जी, then ਕੀ ਉਹਦੇ 'ਚ ਕੁਛ ਟਰੀਜ਼ ਵੀ ਹੈਗੇ ਨੇ। ਠੀਕ ਹੈ, ਐਂਡ ਉਹ 'ਚ ਹਰਬਸ ਵੀ ਨੇ। ਠੀਕ ਹੈ, ਐਂਡ ਐਟ ਲਾਸਟ ਹੀ ਸੇਇੰਗ ਦੈਟ ਦੇयर ਆਰ ਆਲਸੋ ਸਮ ਵੀਡਸ। ਸੋ ਇਹ ਵਾਲੀਆਂ ਜਿਹੜੀਆਂ ਤਿੰਨੇ ਚੀਜ਼ਾਂ ਨੇ, ਠੀਕ ਹੈ, ਹਰਬਸ ਹੋ ਗਈਆਂ ਜਾਂ ਫਲਾਵਰਸ ਹੋ ਗਏ ਜਾਂ ਟਰੀਜ਼ ਹੋ ਗਏ, ਇਹ ਤਿੰਨੇ ਕਹਿ ਸਕਦੇ ਹੋ ਕਿ ਦੀਜ਼ ਆਰ ਵੈਰੀ ਬੈਨੀਫਿਸ਼ੀਅਲ ਫॉर ਹਿਊਮਨ ਬੀਇੰਗਸ। ਕਿਸੇ ਦੇ ਲਈ ਵੀ ਬਹੁਤ ਅੱਛੀਆਂ ਨੇ। ਠੀਕ ਹੈ, ਗੁੱਡ ਆਪਾਂ ਇਹਨਾਂ ਨੂੰ ਕਹਿ ਸਕਦੇ ਕਿ ਦੀਜ਼ ਆਰ ਦ ਗੁੱਡ ਥਿੰਗਸ। ਉੱਥੇ ਹੀ ਜਿਹੜੀਆਂ ਵੀਡਸ ਨੇ, ਅਨਵਾਂਟਡ ਪਲਾਂਟਸ ਨੇ, ਦੇ ਆਰ ਕੰਸੀਡਰਡ ਬੈਡ। ਠੀਕ ਹੈ, ਇਹਨਾਂ ਨੂੰ ਆਪਾਂ ਬੁਰਾ ਮੰਨਦੇ ਹਾਂ ਕਿ ਠੀਕ ਹੈ ਵੀ ਇਹ ਨਹੀਂ ਹੋਣੀਆਂ ਚਾਹੀਦੀਆਂ। ਠੀਕ ਹੈ ਜੀ, ਇਹ ਅਨਵਾਂਟਡ ਨੇ। ਸੋ ਇਟ ਵਾਜ਼ ਨੋਟ ਬਿਕਾਜ਼ ਦੇ ਵਰ ਡਿਫਰੈਂਟ, ਆਲ ਆਫ ਦੈਮ ਆਰ ਗ੍ਰੀਨ ਇਨ ਕਲਰ। ਠੀਕ ਹੈ, ਇਹ ਨਹੀਂ ਹੈ ਕਿ ਅਸੀਂ ਉਹਨੂੰ ਬੁਰਾ ਕਹੀਏ ਕਿ ਉਹਦਾ ਕੋਈ ਉਹਦੇ 'ਚ ਅਲੱਗ ਚੀਜ਼ ਹੈ। ਠੀਕ ਹੈ, ਇਹਨਾਂ 'ਚ ਕੋਈ ਡਿਫਰੈਂਸ ਨਹੀਂ ਹੈ। ਹਰਬਸ ਵੀ ਗ੍ਰੀਨ ਨੇ, ਫਲਾਵਰਸ ਵੀ ਗੋਡ ਨੇ ਕਾਫੀ ਬਿਊਟੀਫੁਲੀ ਕ੍ਰੀਏਟ ਕੀਤੇ ਨੇ, ਟਰੀਜ਼ ਵੀ ਗ੍ਰੀਨ ਹੁੰਦੇ ਨੇ, ਐਂਡ ਔਨ ਦ ਅਦਰ ਸਾਈਡ ਵੀਡਸ ਆਰ ਆਲਸੋ ਗ੍ਰੀਨ ਇਨ ਕਲਰ। ਫਿਰ ਉਹ ਕਹਿੰਦਾ ਕਿ ਕਿੱਥੇ ਡਿਫਰੈਂਸ ਆ। ਠੀਕ ਹੈ, ਕਿ ਆਪਾਂ ਇਹਨਾਂ ਨੂੰ ਬੁਰਾ ਕਿਉਂ ਕਹਿੰਦੇ ਵੀਡਸ ਨੂੰ, ਐਂਡ ਉੱਥੇ ਹੀ ਆਪਾਂ ਹਰਬਸ ਨੂੰ, ਫਲਾਵਰਸ ਨੂੰ, ਟਰੀਜ਼ ਨੂੰ ਆਪਾਂ ਅੱਛਾ ਕਿਉਂ ਕਹਿੰਦੇ ਆ। ਸੋ ਇਟ ਵਾਜ਼ ਅਬਾਊਟ ਹਾਊ ਪੀਪਲ ਕੰਸੀਡਰ ਦੈਮ ਟੂ ਬੀ। ਇਹ ਲੋਕਾਂ ਦੀ ਪਰਸੈਪਸ਼ਨ ਆ ਕਿ ਉਹ ਇਹਨਾਂ ਨੂੰ ਅੱਛਾ ਮੰਨਦੇ ਨੇ ਜਾਂ ਬੁਰਾ ਮੰਨਦੇ ਨੇ। ਠੀਕ ਹੈ, ਇਹ ਲੋਕਾਂ ਦੀ ਪਰਸੈਪਸ਼ਨ ਆ ਕਿ ਹਰਬ ਨੂੰ ਉਹਨਾਂ ਨੇ ਕੋਈ ਅੱਛਾ ਮੰਨਣਾ ਆ ਕਿ ਜਾਂ ਇਹਨੂੰ ਐਜ਼ ਅ ਵੀਡ ਲੈਣਾ ਆ। ਠੀਕ ਹੈ, ਸੋ ਇਨ ਰਿਐਲਿਟੀ ਦੇ ਆਲ ਵਰ ਜਸਟ ਸੇਮ। ਠੀਕ ਹੈ, ਜਸਟ ਲਾਈਕ ਡੈਰੀ ਐਂਡ ਹਿਮਸੈਲਫ। ਠੀਕ ਹੈ, ਇੱਥੇ ਤੁਸੀਂ ਦੇਖੋਗੇ ਕਿ ਵੇਅਰ ਇਜ਼ ਦ ਡਿਫਰੈਂਸ, ਇਟਸ ਆਲ ਲਾਈਫ ਗਰੋਇੰਗ, ਸੋ ਸੇਮ ਐਜ਼ ਯੂ ਐਂਡ ਮੀ। ਮਤਲਬ ਜਿਵੇਂ ਅਸੀਂ ਦੋਨੋਂ ਗਰੋ ਕਰਦੇ ਪਏ ਆ। ਠੀਕ ਹੈ, ਜਸਟ ਇਹੀ ਚੀਜ਼ ਕਾਮਨ ਆ ਸਾਡੇ ਵਿੱਚ ਕਿ ਜਿਹੜੀ ਗਰੋਥ ਹੈ ਇਟ ਇਜ਼ ਅ ਕੰਟੀਨਿਊਅਸ ਪ੍ਰੋਸੈਸ। ਠੀਕ ਹੈ, ਐਂਡ ਸਿਰਫ ਇਹੀ ਚੀਜ਼ ਸਾਰਿਆਂ 'ਚੋਂ ਕਾਮਨ ਆ। ਅਦਰਵਾਈਜ਼ ਇਹ ਸਾਡੀ ਪਰਸੈਪਸ਼ਨ, ਅਸੀਂ ਕਿਸੇ ਚੀਜ਼ ਨੂੰ ਅੱਛਾ ਮੰਨਦੇ ਹਾਂ ਜਾਂ ਬੁਰਾ ਮੰਨਦੇ ਹਾਂ, ਬਟ ਐਕਚੁਅਲੀ ਜੋ ਵੀ ਗੋਡ ਵੱਲੋਂ ਕ੍ਰੀਏਟ ਕੀਤਾ ਜਾਂਦਾ ਹੈ ਦੈਟ ਇਜ਼ ਆਲਵੇਜ਼ ਵੈਰੀ ਗੁੱਡ। ਓਕੇ, ਸੋ ਡੈਰੀ ਸੈਡ ਵੀ ਆਰ ਨਾਟ ਦ ਸੇਮ here। Daddy is, could say, saying that he is not at all you say in the favor, that he did not agree to this idea that this is not so। Lamb said, I'm old, you are young, you have got a burnt face, I have got a teen leg, not important, you are standing there, I'm sitting here, where's the difference? So again he told him, Mr. Lamb told him that there is no difference at all। So he was young and Mr. Lamb was old, and he has a burnt face and Mr. Lamb had a teen leg। So these things were not so important। Okay, क्यों important नहीं है? क्योंकि ये चीज़ां उन्हां दे विच कोई डिफरेंस क्रिएट नहीं करदियां। ठीक है, then Derry said, why have you got a teen leg? ਹੁਣ ਉਹਨੂੰ ਕਾਰਨ ਪੁੱਛਦਾ ਕਿ what was the reason that he lost his leg? Then Mr. Lamb said, real one got blown off years back, Lammy Lamb, some kid says, haven't you heard them? You will, Lammy Lamb, it fits, doesn't trouble me। So ਇਹ ਜਿਹੜਾ ਨੇਮ ਸੀਗਾ ਉਹਨੂੰ ਲੋਕਾਂ ਦੇ ਦੁਆਰਾ ਦਿੱਤਾ ਗਿਆ ਸੀਗਾ। ਠੀਕ ਹੈ, ਹੁਣ ਜਦੋਂ ਮਤਲਬ ਕੀ ਉਹਨੇ ਰੀਜ਼ਨ ਪੁੱਛਿਆ ਸਗੋਂ ਕਿ ਉਹਦੀ ਟੀਨ ਲੈਗ ਦੇ ਪਿੱਛੇ ਕੀ ਕਾਰਨ ਸੀਗਾ, ਸੋ ਮਿਸਟਰ ਲੈਮ ਰਿਪਲਾਈਡ ਦੈਟ ਇਟ ਗੋਟ ਡੈਮੇਜਡ ਇਨ ਐਨ ਐਕਸਪਲੋਜਨ ਮੈਨੀ ਈਅਰਸ ਅਗੋ, ਕਾਫੀ ਸਾਲ ਪਹਿਲਾਂ।
ठीक है। सो किड्स यूजली टीज हिम बाय सेइंग दैट लैमी लैम, ठीक है। ये नाम लैके ਜਿਹੜੇ ਬੱਚੇ ਸੀਗੇ ਇਹਨੂੰ ਹਮੇਸ਼ਾ ਟੀਜ਼ ਕਰਦੇ ਸੀਗੇ, ਠੀਕ ਹੈ। ਐਂਡ ਦੈਨ ਕਹਿੰਦਾ ਕਿ ਯੂ ਕੈਨ, ਤੁਸੀਂ ਸੁਣਿਆ ਹੋਏਗਾ ਬੱਚਿਆਂ ਨੂੰ ਇਵੇਂ ਮੇਰਾ ਨਾਮ ਲੈਂਦੇ ਹੋਏ, ਠੀਕ ਹੈ। ਦੈਨ ਕਹਿੰਦਾ ਕਿ ਮੇਰੇ 'ਤੇ ਫਿੱਟ ਵੀ ਬੈਠਦਾ ਆ, ਠੀਕ ਹੈ। ਐਂਡ ਇਟ ਡਜ਼ਨਟ ਟਰਬਲ ਮੀ, ਕਿ ਮੈਨੂੰ ਬਿਲਕੁਲ ਵੀ ਬੁਰਾ ਨਹੀਂ ਲੱਗਦਾ ਜਦੋਂ ਕੋਈ ਮੈਨੇ ਇਹ ਵਾਲਾ ਨਾਮ ਲੈ ਕੇ ਟੀਜ਼ ਕਰਦਾ ਹੈ, ਠੀਕ ਹੈ। ਸੋ ਦੈਨ ਨੈਕਸਟ ਹੀ ਸੈਡ ਦੈਟ ਡੈਡੀ ਨੇ ਕੀ ਕਿਹਾ, ਬਟ ਯੂ ਕੈਨ ਪੁੱਟ ਔਨ ਟਰਾਊਜ਼ਰਸ ਐਂਡ ਕਵਰ ਇਟ ਅਪ ਐਂਡ ਨੋ ਵਨ ਕੈਨ ਸੀਜ਼, ਦੇ ਡੋਂਟ ਹੈਵ ਟੂ ਨੋਟਿਸ ਐਂਡ ਸਟੇਅਰ। ਹੁਣ ਡੈਡੀ ਨੇ ਕੀ ਕਿਹਾ, ਯੂ ਕੈਨ ਪੁੱਟ ਔਨ ਸਮ ਕਾਈਂਡ ਆਫ you could say trousers so that no one can identify it, ठीक है जी। so they don't have to notice and stare, अगर कहता ट्राउज़र ਨਾਲ ਉਹਨੂੰ कवर कर ले then nobody can see this, and they did not get a chance to stare at the teen leg of Mr. Lamb. So Mr. Lamb said some do, some don't, they get tired of it, in the end there is plenty of thing to stare at, ठीक है। ਹੁਣ ਲੈਮ ਨੇ ਕੀ ਕਿਹਾ ਕਿ he need not to do these things, ਠੀਕ ਹੈ। ਕਹਿੰਦੇ ਕੁਛ ਲੋਕ ਨੋਟਿਸ ਕਰਦੇ ਨੇ, ਕੁਛ ਨਹੀਂ ਵੀ ਕਰਦੇ, ਠੀਕ ਹੈ। ਕਹਿੰਦਾ ਕਿ ਕਾਫੀ ਚੀਜ਼ਾਂ ਨੇ ਇਸ ਵਰਲਡ ਦੇ ਵਿੱਚ ਜਿਨ੍ਹਾਂ ਨੂੰ ਮਤਲਬ ਉਹਨਾਂ ਨੂੰ ਦੇਖਣਾ ਚਾਹੀਦਾ ਆ, ਐਂਡ ਦੈਨ ਵੈਨ ਦੇ ਵਿਲ ਗੈਟ ਟਾਇਰਡ ਆਫ ਸਟੇਅਰਿੰਗ ਐਟ ਹਿਸ ਥੀਨ ਲੈਗ, ਉਹ ਕਹਿੰਦਾ ਖੁਦ ਹੀ ਇਹ ਚੀਜ਼ ਜਾਂ ਇਹ ਕੰਮ ਕਰਨਾ ਜਿਹੜਾ ਖੁਦ ਹੀ ਬੰਦ ਕਰ ਦੇਣਗੇ, ਠੀਕ ਹੈ। ਦੈਨ ਡੈਡੀ ਸੈਡ ਲਾਈਕ ਮਾਈ ਫੇਸ। ਹੁਣ ਇਹਦੇ 'ਚ ਇੱਕ ਸਟੇਟਮੈਂਟ ਫਿਰ ਤੋਂ ਆਈ ਹੈ, ਡੈਰੀ ਨੇ ਮਤਲਬ ਆਪਣੀ ਜਿਹੜੀ ਫੇਸ ਦਾ ਫਿਰ ਤੋਂ ਉਹਨੇ ਜ਼ਿਕਰ ਕੀਤਾ ਆ। ਕਿਉਂ ਕੀਤਾ ਹੈ, ਕਿਉਂਕਿ ਮਤਲਬ ਪਹਿਲਾਂ ਲੈਂਬ ਨੇ ਉਹਨੂੰ ਦੱਸਿਆ ਸੀਗਾ ਕਿ ਕਹਿੰਦਾ ਕਿ ਪਹਿਲਾਂ ਲੋਕ ਉਹਨੂੰ ਟੀਜ਼ ਕਰਦੇ ਸੀਗੇ, ਠੀਕ ਹੈ। ਕਹਿੰਦੇ ਕੁਛ ਟਾਈਮ ਬਾਅਦ ਕੋਈ ਟਾਈਮ ਇਵੇਂ ਦਾ ਆਏਗਾ ਜਦੋਂ ਉਹ ਮਤਲਬ ਬਿਲਕੁਲ ਫੈਡ ਅਪ ਹੋ ਜਾਣਗੇ ਇਸ ਚੀਜ਼ ਨੂੰ ਦੇਖਦੇ ਦੇਖਦੇ, ਦੈਨ ਦੇ ਵਿਲ ਸਟਾਰਟ ਡਿਸਕਸਿੰਗ ਸਮਥਿੰਗ ਐਲਸ। ਦੈਨ ਡੈਰੀ ਨੇ ਆਪਣਾ ਫੇਸ ਸ਼ੋ ਕਰਦੇ ਹੋਏ ਕਿਹਾ, ਠੀਕ ਹੈ, ਆਪਣੀ ਲੈਂਬ ਦੀ ਸਟੇਟਮੈਂਟ ਨੂੰ ਪੂਰਾ ਕੀਤਾ ਕਿ ਜਿਵੇਂ ਮੇਰਾ ਫੇਸ ਹੋਏ, ਠੀਕ ਹੈ। ਦੈਨ ਲੈਂਬ ਨੇ ਕੀ ਕਿਹਾ, ਲਾਈਕ crab apples or the weeds or a spider climbing up a silken ladder or my tall sunflower। ਸੋ ਮਿਸਟਰ ਲੈਮ ਨੇ ਕੀ ਕੀਤਾ, ਸੁਜੈਸਟ ਕੀਤੀਆਂ ਕਾਫੀ ਸਾਰੀਆਂ ਥਿੰਗਸ ਕਿ ਜਿਵੇਂ crab apple ਹੋ ਗਏ, ਵੀਡਸ ਹੋ ਗਈਆਂ, ਸਪਾਈਡਰ ਹੋ ਗਈ, ਟੌਲ ਜਿਹੜੇ ਸਨਫਲਾਵਰਸ ਨੇ, ਠੀਕ ਹੈ। ਸੋ ਦੀਜ਼ ਕੁਡ ਆਲਸੋ ਬੀ ਸਮ ਆਫ ਅਦਰ ਥਿੰਗਸ ਦੈਟ ਪੀਪਲ ਵੁੱਡ ਪ੍ਰੋਬੇਬਲੀ ਲੁੱਕ ਐਟ ਐਂਡ ਡਿਸਕਸ, ਠੀਕ ਹੈ। ਇਹ ਵੀ ਕੁਛ ਚੀਜ਼ਾਂ ਹੋ ਸਕਦੀਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਲੋਕ ਡਿਸਕਸ ਕਰਨਗੇ, ਠੀਕ ਹੈ। ਇਹੀ ਨਹੀਂ ਹੈ ਕਿ ਜਸਟ ਕਿਸੇ ਦੀਆਂ ਫਿਜ਼ੀਕਲ ਜਿਹੜੀ ਡਿਸੇਬਿਲਿਟੀਜ਼ ਨੇ ਜਸਟ ਉਹਨਾਂ ਨੂੰ ਨੋਟਿਸ ਕਰਨਗੇ, ਦੇਰ ਆਰ ਸਮ ਅਦਰ ਥਿੰਗਸ ਇਨ ਦਾ ਵਰਲਡ ਦੇ ਵਿਚ ਦੇ ਵਿਲ ਲੁੱਕ ਆਫਟਰ ਐਂਡ ਦੇ ਵਿਲ ਡਿਸਕਸ ਅਬਾਊਟ ਦੈਮ। ਸੋ ਡੈਰੀ ਸੈਡ ਥਿੰਗਸ, ਠੀਕ ਹੈ। ਕਹਿੰਦਾ ਕਿ ਚੀਜ਼ਾਂ ਦੇ ਬਾਰੇ 'ਚ ਗੱਲ ਕਰਦੇ ਪਏ ਮਿਸਟਰ ਲੈਮ ਸੈਡ ਦੇਰ ਇਟਸ ਆਲ ਰਿਲੇਟਿਵ, ਬਿਊਟੀ ਐਂਡ ਬੀਸਟ, ਵਟਸ ਦੈਟ ਸਪੋਜ਼ ਟੂ ਮੀ, ਦੈਨ ਲੈਮ ਸੈਡ ਯੂ ਟੈਲ ਮੀ। ਸੋ ਇੱਥੇ ਦੇਖਿਓ ਕਿ ਮਤਲਬ ਉਹਨੇ ਕੀ ਕਿਹਾ ਕਿ ਇਟਸ ਰਿਲੇਟਿਵ, ਮਤਲਬ ਇਹ ਮਤਲਬ ਇੱਕੋ ਜਿਹਾ ਹੈ, ਕਾਮਨ ਆ। ਕੀ ਕਾਮਨ ਆ ਕਿ ਬਿਊਟੀ ਐਂਡ ਬੀਸਟ। ਸੋ ਇਹਦੇ 'ਚ ਕੀ ਹੈ ਕਿ ਕਾਫੀ ਸਾਰੀਆਂ ਚੀਜ਼ਾਂ ਪਹਿਲਾਂ ਉਹਨਾਂ ਦੋਨਾਂ ਨੇ ਡਿਸਕਸ ਕਰ ਲਈਆਂ, ਠੀਕ ਹੈ, ਕਿ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਲੋਕ ਡਿਸਕਸ ਕਰਨਗੇ, ਠੀਕ ਹੈ। ਹੁਣ ਡੈਰੀ ਨੇ ਕਮੈਂਟ ਕੀਤਾ ਕਿ ਹੋਰ ਚੀਜ਼ਾਂ ਕਿਹੜੀਆਂ ਨੇ, ਠੀਕ ਹੈ। ਕਹਿੰਦਾ ਉਹ ਜਿਹੜੀਆਂ ਜਿੰਨੀਆਂ ਵੀ ਚੀਜ਼ਾਂ ਨੇ ਡਿਸਕਸ ਕੀਤੀਆਂ ਨੇ, ਚਾਹੇ ਉਹ ਦੇਖਿਓ ਇੱਥੇ ਹੈਗਾ ਆ ਐਪਲ ਹੋ ਗਏ, crab apple ਹੋ ਗਏ, ਵੀਡਸ ਹੋ ਗਿਆ, ਸਪਾਈਡਰ ਹੋ ਗਿਆ, ਚਾਹੇ ਸਿਲਕਨ ਲੈਡਰ ਹੋ ਗਈ, ਚਾਹੇ ਸਨਫਲਾਵਰਸ ਹੋ ਗਏ, ਦੀਜ਼ ਆਰ ਨੋਨ ਲਿਵਿੰਗ ਥਿੰਗਸ, ਠੀਕ ਹੈ ਜੀ। ਸੋ ਉਹਦੇ 'ਤੇ ਮਿਸਟਰ ਲੈਂਬ ਨੇ ਕੀ ਕਿਹਾ ਆ, ਦੈਟ ਆਲ ਥਿੰਗਸ ਵਰ ਰਿਲੇਟਡ ਟੂ ਈਚ ਅਦਰ, ਠੀਕ ਹੈ। ਰਿਲੇਟਿਵ ਨੇ ਮਤਲਬ ਇਹ ਦੇ ਵਰ ਕੋ ਰਿਲੇਟਡ ਵਿਦ ਈਚ ਅਦਰ, ਇਟ ਡਜ਼ਨਟ ਮੀਨ ਦੈਟ ਇਫ ਦ ਥਿੰਗਸ ਆਰ ਲਿਵਿੰਗ ਔਰ ਨੋਨ ਲਿਵਿੰਗ, ਠੀਕ ਹੈ। ਕਾਫੀ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਦੇ ਆਰ ਰਿਲੇਟਿਵ ਟੂ ਈਚ ਅਦਰ, they are related to each other, sorry, just like beauty is related to the beast, ठीक है। that is a beautiful creation is related to ugliness, ठीक है। ये दोनों co-related ने, beautifulness and ugliness, ठीक है। then Derry said what's supposed to mean, then Derry was confused over this point, so Mr. Lamb asked for Derry's opinion। फिर उन्होंने पूछा कि मतलब तेरा इस बारे च की ख्याल है कि beauty and beast are co-related with each other। So Derry then described, you need not think they haven't told me that fairy story before. Then they started discussing about a fairy story which was already heard by Derry by someone, which we have already discussed in the another video, okay। So I think now everything is clear to you till this page. In case if you have any difficulty, then you may ask me, okay। Thank you.